Hello students, in this lecture we will discuss about seasonal indices। कई बार टाइम सीरीज़ ਦੇ ਵਿੱਚ ਕੁਆਟਰਲੀ ਡਾਟਾ ਅਲੱਗ-ਅਲੱਗ ਈਅਰਸ ਦੇ ਲਈ ਦੇ ਕੇ ਸੀਜ਼ਨਲ ਇੰਡੈਕਸ ਕੈਲਕੂਲੇਟ ਕਰਨ ਦੇ ਲਈ ਪੁੱਛ ਲਿਆ ਜਾਂਦਾ ਹੈ। ਤਾਂ ਉਸ ਕੇਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਸੀਜ਼ਨਲ ਇੰਡਾਈਸਿਸ ਨੂੰ ਕੈਲਕੂਲੇਟ ਕਰ ਸਕਦੇ ਹਾਂ, ਉਹ ਇੱਥੇ ਅਸੀਂ ਇੱਕ ਐਗਜ਼ਾਮਪਲ ਦੇ ਨਾਲ ਦੇਖਾਂਗੇ। ਇੱਥੇ ਇੱਕ ਅਸੀਂ ਐਗਜ਼ਾਮਪਲ ਲਈ ਹੈ ਜਿਹਦੇ ਵਿੱਚ ਸਾਡੇ ਕੋਲ 2009 to 13 ਤੱਕ ਕੁਆਟਰਲੀ ਡਾਟਾ ਆ। ਫਸਟ ਕੁਆਟਰਲੀ, ਸੈਕਿੰਡ, ਥਰਡ ਐਂਡ ਫੋਰਥ ਕੁਆਟਰਲੀ। 1 ਈਅਰ 'ਚ 4 ਕੁਆਟਰਸ ਹੁੰਦੇ ਆ, ਤਾਂ ਚਾਰੋਂ ਕੁਆਟਰਸ ਦੇ ਲਈ ਇਹ ਸਾਡੇ ਕੋਲ ਇਹ ਸਾਰੇ ਈਅਰਸ ਦਾ ਡਾਟਾ ਗਿਵਨ ਆ। ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਸੀਜ਼ਨਲ ਡਾਟਾ ਜਦੋਂ ਤੁਹਾਨੂੰ ਇੰਡਾਈਸਿਸ ਫਾਈਂਡ ਕਰਨ ਲਈ ਕਿਹਾ ਹੋਵੇ, ਅਗਰ ਇਸ ਤੁਹਾਨੂੰ ਜਿਹੜਾ ਰੋ ਦੇ ਵਿੱਚ ਜਿਹੜੇ ਕਾਲਮਸ ਹੈਗੇ ਆ ਕੁਆਟਰਸ ਦੀ ਜਗ੍ਹਾ ਕੁਆਟਰ ਇਸ ਸਾਈਡ 'ਤੇ ਦਿੱਤੇ ਹੋਣ ਔਰ ਜਿਹੜੇ ਕਾਲਮਸ ਹੈਗੇ ਆ ਉਹ ਦਿੱਤੇ ਹੁਣ ਈਅਰ ਦੇ, ਤਾਂ ਤੁਸੀਂ ਪਹਿਲੇ ਉਹਨੂੰ ਇਸ ਫਾਰਮ ਦੇ ਵਿੱਚ ਬਣਾ ਲੈਣਾ ਕਿ ਜਿਹੜੇ ਕੁਆਟਰਸ ਹੈਗੇ ਆ ਤੁਹਾਡੇ ਕੋਲ ਇਸ ਸਾਈਡ 'ਤੇ ਲਿਖੇ ਰਹਿਣ ਕਾਲਮਸ ਦੇ ਵਿੱਚ, ਅਤੇ ਰੋਜ਼ ਜਿਹੜੀਆਂ ਹੁਣ ਉਹ ਈਅਰ ਵਾਈਜ਼ ਹੋਣ। ਤਾਂ ਸੋਲਵ ਕਰਨ ਤੋਂ ਪਹਿਲਾਂ ਇਸ ਫਾਰਮ ਦੇ ਵਿੱਚ ਨਿਊਮੈਰੀਕਲ ਨੂੰ ਲੈ ਆਉਣਾ। ਹੁਣ ਤੁਸੀਂ ਸਿੰਪਲੀ ਕੀ ਕਰੋਗੇ, ਸਭ ਤੋਂ ਪਹਿਲੇ ਤੇ ਇਹਨਾਂ ਕੁਆਟਰ ਵਾਈਜ਼ ਇਹਨਾਂ ਨੂੰ ਐਡ ਕਰ ਲਓਗੇ, ਟੋਟਲ ਫਾਈਂਡ ਕਰ ਲਓਗੇ ਕੁਆਟਰਸ ਦਾ, Q1, Q2, Q3 ਐਂਡ Q4। ਸਿੰਪਲੀ ਟੋਟਲ ਕਰਨ ਤੋਂ ਬਾਅਦ ਅਗਲਾ ਸਟੈਪ ਕੀ ਕਰੋਗੇ, ਐਵਰੇਜ ਫਾਈਂਡ ਕਰ ਲਓਗੇ। ਐਵਰੇਜ ਕਿੱਦਾਂ ਫਾਈਂਡ ਕਰੋਗੇ, ਜਿੰਨੇ ਈਅਰਸ ਦਾ ਡਾਟਾ ਦਿੱਤਾ ਆ, ਕਿੰਨੇ ਈਅਰ ਦਾ ਹੈ ਇੱਥੇ। ਹੁਣ ਅਗਰ ਮੈਂ ਕੁਆਟਰਸ ਦਾ ਟੋਟਲ ਕਰਾਂ ਤੇ ਇਹ ਹੈਗਾ 376, 352, 416, 384। ਹੁਣ ਮੇਰੇ ਕੋਲ ਇੱਥੇ 1 2 3 4 ਐਂਡ 5 ਈਅਰਸ ਦਾ ਡਾਟਾ ਆ 2009 ਤੋਂ ਲੈ ਕੇ 13 ਤੱਕ। ਹਰੇਕ ਕੁਆਟਰ ਦਾ ਜੋ ਵੀ ਟੋਟਲ ਆਇਆ ਉਹਨੂੰ ਅਸੀਂ 5 ਨਾਲ ਡਿਵਾਈਡ ਕਰਕੇ ਇੱਥੇ ਐਵਰੇਜ ਫਾਈਂਡ ਕਰ ਲਈ। 75.2, this is 70.4, 83.2 and this is 76.8। ਹੁਣ ਅਸੀਂ ਫਾਈਂਡ ਕਰਨਾ ਸੀਜ਼ਨਲ ਇੰਡਾਈਸਿਸ। ਇਹ ਪਹਿਲੇ ਦੋ ਸਟੈਪ ਕਰ ਲਏ, ਦੈਨ ਸੀਜ਼ਨਲ ਇੰਡਾਈਸਿਸ। ਇਹ ਕਿਸ ਤਰ੍ਹਾਂ ਫਾਈਂਡ ਕਰਾਂਗੇ ਅਸੀਂ। ਹੁਣ ਇਹ ਸੀਜ਼ਨਲ ਇੰਡਾਈਸਿਸ ਹਰੇਕ ਕੁਆਟਰ ਨੂੰ ਫਾਈਂਡ ਕਰਨ ਦੇ ਲਈ ਸਭ ਤੋਂ ਪਹਿਲੇ ਅਸੀਂ ਸਟੈਪ ਜੋ ਕਰਾਂਗੇ ਉਹ ਕਰਾਂਗੇ ਕਿ ਜਿਹੜੇ ਇਹ ਕੁਆਟਰਲੀ ਐਵਰੇਜਿਸ ਆਈਆਂ ਇਹਨਾਂ ਦੀ ਐਵਰੇਜ ਕੱਢਾਂਗੇ। ਐਵਰੇਜ ਆਫ ਕੁਆਟਰਲੀ ਐਵਰੇਜਿਸ, ਐਵਰੇਜ ਆਫ ਕੁਆਟਰਲੀ ਐਵਰੇਜਿਸ। ਇਹ ਬਹੁਤ ਸਿੰਪਲ ਆ, ਚਾਰਾਂ ਨੂੰ ਐਵਰੇਜਿਸ ਨੂੰ ਐਡ ਕਰਕੇ 4 ਨਾਲ ਡਿਵਾਈਡ ਕਰ ਦਿਓ। 75.2, 70.4, 83.2, 76.8। ਪਹਿਲੇ ਇਹ ਐਵਰੇਜ ਫਾਈਂਡ ਕਰੋ। ਜਦੋਂ ਇਹ ਐਵਰੇਜ ਅਸੀਂ ਫਾਈਂਡ ਕੀਤੀ, ਇਹ ਸਾਡੇ ਕੋਲ ਆ ਗਈ 76.4। ਹੁਣ ਅਸੀਂ ਕੀ ਕਰਨਾ, ਚਾਰੋਂ ਕੁਆਟਰਸ ਦੇ ਲਈ ਜਦੋਂ ਅਸੀਂ ਇਹ ਸੀਜ਼ਨਲ ਇੰਡਾਈਸਿਸ ਫਾਈਂਡ ਕਰਨੇ ਆ, ਤਾਂ ਫਸਟ ਕੁਆਟਰ ਲਈ, ਸੈਕਿੰਡ, ਥਰਡ ਐਂਡ ਫੋਰਥ ਦੇ ਲਈ ਵੈਲਿਊਜ਼ ਫਾਈਂਡ ਕਰਨ ਲਈ ਅਸੀਂ ਕੀ ਕਰਾਂਗੇ, ਜੋ ਸਾਡੇ ਕੋਲ ਕੁਆਟਰਲੀ ਐਵਰੇਜ ਆ ਇਹ ਵਾਲੀਆਂ ਕੁਆਟਰਲੀ ਐਵਰੇਜ ਡਿਵਾਈਡਡ ਬਾਈ ਦਿਸ ਐਵਰੇਜ ਆਫ ਕੁਆਟਰਲੀ ਐਵਰੇਜਿਸ ਇਨਟੂ 100। ਸਿੰਪਲੀ ਕੀ ਕਰਾਂਗੇ, ਐਵਰੇਜ ਫਸਟ ਕੁਆਟਰਲੀ ਸੀਜ਼ਨਲ ਇੰਡਾਈਸਿਸ ਕੱਢਣਾ 75.2, ਇਹ ਕੀ ਹੈਗੀ ਆ ਐਵਰੇਜ ਆਫ ਕੁਆਟਰ। ਹੁਣ ਇਹ ਜਿਹੜੀ ਐਵਰੇਜ ਆਫ ਆਲ ਕੁਆਟਰਸ ਅਸੀਂ ਕੱਢੀ ਹੈਗੀ ਆ 76.4, ਇਹਦੇ ਨਾਲ ਡਿਵਾਈਡ ਕਰਾਂਗੇ ਇਨਟੂ 100। ਸਿਮਿਲਰਲੀ ਅਗਲੇ ਕੁਆਟਰ ਦੀ 70.4 ਡਿਵਾਈਡਡ ਬਾਈ 76.4 ਇੰਟੂ 100। ਇਸੇ ਤਰ੍ਹਾਂ 83.2 ਡਿਵਾਈਡਡ ਬਾਈ 76.4 ਇੰਟੂ 100, ਦੈਨ 76.8 ਓਵਰ 76.4 ਇੰਟੂ 100। ਇਹ ਸਾਡੇ ਕੋਲ ਚਾਰੋਂ ਕੁਆਟਰਸ ਦੀ ਸੀਜ਼ਨਲ ਇੰਡਾਈਸਿਸ ਆ ਜਾਣਗੇ ਐਂਡ these will be equal to 98.4 for first quarter, 92.1 for second quarter, 108.9 for third quarter and 100.5 for fourth quarter। ਸੋ ਇਸ ਤਰ੍ਹਾਂ ਅਸੀਂ ਸੀਜ਼ਨਲ ਇੰਡਾਈਸਿਸ ਫਾਈਂਡ ਕਰਨੇ ਆ। ਹੁਣ ਕਈ ਵਾਰ ਕੁਐਸਚਨ ਪੁੱਛ ਲਿਆ ਜਾਂਦਾ ਕਿ ਸੀਜ਼ਨਲ ਇੰਡਾਈਸਿਸ ਗਿਵਨ ਆ, ਉਹਨੂੰ ਡੀ ਸੀਜ਼ਨਲਾਈਜ਼ ਕਰੋ। ਤਾਂ ਡੀ ਸੀਜ਼ਨਲਾਈਜ਼ ਕਰਨ ਦੇ ਲਈ ਅਸੀਂ ਇਹਦਾ ਰਿਵਰਸ ਕਰਾਂਗੇ, ਉਹਨੂੰ ਵੀ ਇੱਕ ਐਗਜ਼ਾਮਪਲ ਦੇ ਨਾਲ ਦੇਖਦੇ ਹਾਂ। ਹੁਣ ਇੱਥੇ ਇਸ ਐਗਜ਼ਾਮਪਲ ਦੇ ਵਿੱਚ ਸਾਨੂੰ ਕੁਆਟਰਲੀ ਡਾਟਾ ਦਿੱਤਾ ਹੈ, ਸੇਲਸ ਦਿੱਤੀਆਂ ਹੈ, ਸੀਜ਼ਨਲ ਇੰਡਾਈਸਿਸ ਦਿੱਤੇ ਆ, ਅਤੇ ਇਹਨੂੰ ਅਸੀਂ ਡੀ ਸੀਜ਼ਨਲਾਈਜ਼ ਕਰਨਾ। ਤਾਂ ਬਹੁਤ ਸਿੰਪਲ ਹੈ ਡੀ ਸੀਜ਼ਨਲਾਈਜ਼ ਕਰਨਾ। ਅਸੀਂ ਸਿੰਪਲੀ ਕੀ ਕਰਾਂਗੇ, ਸੇਲਸ ਡਿਵਾਈਡਡ ਬਾਈ ਸੀਜ਼ਨਲ ਇੰਡਾਈਸਿਸ ਇਨਟੂ 100। ਸਿੰਪਲ ਜਿਹਾ ਫਾਰਮੂਲਾ ਹੈਗਾ ਸਾਡੇ ਕੋਲ, ਸੇਲਸ
divided by seasonal indices into 100। ਇੱਥੇ ਇਸੇ ਤਰ੍ਹਾਂ 25.2 divided by 1.24 into 100, 0.5 into 100, 65.4 over 1.48 into 100। ਇਹ ਸਾਡੇ ਕੋਲ ਸਿੰਪਲੀ ਜਿਹੜੇ ਆਨਸਰਸ ਆ ਜਾਣਗੇ। तो ये साढ़े कोल जिहड़ियां डीसीजनलाइज्ड सेल्स आ गई इन 1000 रुपीज़, बिकॉज सेल्स साढ़े कोल 1000 रुपीज़ दे विच दित्तियां सी, ते ये भी साढ़े कोल वैल्यू जिहड़ियां 1000 रुपीज़ दे विच आ गई। सो इस तरह असीं डीसीजनलाइज कर सकते हैं अगर सानू सीजनल इंडाइसिस दिते होण। सिंपली सेल्स ओवर सीजनल इंडाइसिस इंटू 100। ਹੁਣ ਨੈਕਸਟ ਅਸੀਂ ਦੇਖਦੇ ਹਾਂ ਕਿ ਕਈ ਵਾਰ ਸਾਨੂੰ ਜਿਹੜਾ ਇੰਡਾਈਸਿਸ ਫਾਈਂਡ ਕਰਨ ਲਈ ਕਿਹਾ ਜਾਂਦਾ ਆ ਵਿਦ ਦ ਮੈਥਡ ਆਫ ਲਿੰਕ ਰਿਲੇਟਿਵਸ। ਹੁਣ ਇਹ ਜਿਹੜੇ ਲਿੰਕ ਰਿਲੇਟਿਵਸ ਹੈਗੇ ਆ ਉਸ ਮੈਥਡ ਦੇ ਨਾਲ ਅਸੀਂ ਕਿਸ ਤਰ੍ਹਾਂ ਇਹ ਵੈਲਿਊਜ਼ ਫਾਈਂਡ ਕਰਨੀਆਂ ਆ, ਉਹਦੇ ਲਈ ਇੱਕ ਨੂਮੈਰੀਕਲ ਦੇਖਦੇ ਹਾਂ। ਇੱਥੇ ਸਾਡੇ ਕੋਲ ਸੀਜ਼ਨਲ ਇੰਡਾਈਸਿਸ ਫਾਈਂਡ ਕਰਨ ਦੇ ਲਈ ਲਿੰਕ ਰਿਲੇਟਿਵ ਮੈਥਡ ਆ। ਹੁਣ ਲਿੰਕ ਰਿਲੇਟਿਵ ਮੈਥਡ ਯੂਜ਼ ਕਰਕੇ ਸੀਜ਼ਨਲ ਇੰਡਾਈਸਿਸ ਫਾਈਂਡ ਕਰਨ ਦੇ ਲਈ ਇੱਥੇ ਮੈਂ ਇੱਕ ਐਗਜ਼ਾਮਪਲ ਲਈ ਹੈ ਜਿਹਦੇ ਵਿੱਚ ਕਿ ਸਾਡੇ ਕੋਲ ਕੁਆਟਰਸ ਐਂਡ ਈਅਰਸ ਲਈ ਡਾਟਾ ਦਿੱਤਾ ਆ। ਹੁਣ ਜਿਸ ਤਰ੍ਹਾਂ ਮੈਂ ਪਿਛਲੀ ਐਗਜ਼ਾਮਪਲ 'ਚ ਵੀ ਦੱਸਿਆ ਸੀ ਕਿ ਸੀਜ਼ਨਲ ਇੰਡਾਈਸਿਸ ਨੂੰ ਕੈਲਕੂਲੇਟ ਕਰਨ ਦੇ ਵਕਤ ਸਭ ਤੋਂ ਪਹਿਲਾ ਸਟੈਪ ਅਸੀਂ ਇਹ ਦੇਖਣਾ ਕਿ ਈਅਰਸ ਸਾਡੇ ਕੋਲ ਰੋ ਵਾਈਜ਼ ਹੋਣੇ ਚਾਹੀਦੇ ਆ ਅਤੇ ਕੁਆਟਰਸ ਕਾਲਮ ਵਾਈਜ਼ ਹੋਣੇ ਚਾਹੀਦੇ ਆ। ਇਸ ਤਰ੍ਹਾਂ ਡਾਟਾ ਨੂੰ ਅਸੀਂ ਰੀਅਰੇਂਜ ਕਰਾਂਗੇ, ਦੈਨ ਅਸੀਂ ਇਹਦੇ ਲਈ ਲਿੰਕ ਰਿਲੇਟਿਵਸ ਫਾਈਂਡ ਕਰਾਂਗੇ। ਸੋ ਹੁਣ ਸਭ ਤੋਂ ਪਹਿਲੇ ਜਦੋਂ ਅਸੀਂ ਇਹਨੂੰ ਰੀਅਰੇਂਜ ਕਰਾਂਗੇ ਤਾਂ ਸਾਡੇ ਕੋਲ ਜੋ ਟੇਬਲ ਬਣੇਗਾ ਦੈਟ ਵਿਲ ਬੀ ਇੱਧਰ ਸਾਡੇ ਕੋਲ ਜਿਹੜੇ ਈਅਰਸ ਆ ਜਾਣਗੇ ਔਰ ਇੱਧਰ ਅਸੀਂ ਕੁਆਟਰਲੀ ਡਾਟਾ ਜਿਹੜਾ ਉਹ ਲਿਖ ਲਾਂਗੇ। ਦੈਟ ਮੀਨਸ ਆ ਜਿਹੜੇ ਰੋਜ਼ ਹੈਗੇ ਉਹ ਕਾਲਮ ਬਣ ਜਾਣਗੇ ਔਰ ਕਾਲਮ ਜਿਹੜੇ ਆ ਰੋਜ਼ ਬਣ ਜਾਣਗੇ। ਸੋ ਇੱਥੇ ਸਟੇਟਮੈਂਟ ਨੂੰ ਅਸੀਂ ਰੀਅਰੇਂਜ ਕਰ ਲਿਆ। ਇੱਧਰ ਕੁਆਟਰਸ ਆ ਗਏ ਸਾਡੇ ਕੋਲ ਕਾਲਮ ਵਾਈਜ਼ ਐਂਡ ਰੋ ਵਾਈਜ਼ ਸਾਡੇ ਕੋਲ ਈਅਰਸ ਆ ਗਏ। ਹੁਣ ਪਹਿਲਾ ਸਟੈਪ ਅਸੀਂ ਸੀਜ਼ਨਲ ਇੰਡਾਈਸਿਸ ਯੂਜ਼ਿੰਗ ਲਿੰਕ ਰਿਲੇਟਿਵਸ ਦੇ ਲਈ ਕੀ ਕਰਾਂਗੇ ਕਿ ਅਸੀਂ ਸਭ ਤੋਂ ਪਹਿਲੇ ਲਿੰਕ ਰਿਲੇਟਿਵ ਫਾਈਂਡ ਕਰਦੇ ਹਾਂ ਹਰ ਇੱਕ ਵੈਲਿਊ ਦੇ ਲਈ। ਜਿੰਨੀਆਂ ਵੀ ਆ ਸਾਡੇ ਕੋਲ ਕੁਆਟਰਲੀ ਈਅਰਲੀ ਜਿੰਨੀਆਂ ਵੀ ਵੈਲਿਊਜ਼ ਆ ਹਰ ਇੱਕ ਵੈਲਿਊ ਦੇ ਲਈ ਅਸੀਂ ਲਿੰਕ ਰਿਲੇਟਿਵ ਫਾਈਂਡ ਕਰਨਾ। ਹੁਣ ਲਿੰਕ ਰਿਲੇਟਿਵ ਫਾਈਂਡ ਕਰਨ ਦਾ ਸਾਡੇ ਕੋਲ ਮੈਥਡ ਕੀ ਹੁੰਦਾ ਆ, ਇਹਦਾ ਮੈਥਡ ਸਾਡੇ ਕੋਲ ਕੀ ਹੈਗਾ ਲਿੰਕ ਰਿਲੇਟਿਵ ਆਫ ਦ ਕੁਆਟਰ। ਜਿਹੜੀ ਵੀ ਵੈਲਿਊ ਹੈਗੀ ਆ ਪ੍ਰੈਜ਼ੈਂਟ ਵੈਲਿਊ ਆਫ ਕੁਆਟਰ, ਜੇ ਮੰਥ ਹੋਵੇ ਤਾਂ ਮੰਥ ਦਾ ਲਿਖਾਂਗੇ ਵੈਲਿਊ ਆਫ ਮੰਥ ਡਿਵਾਈਡਡ ਬਾਈ ਵੈਲਿਊ ਆਫ ਪ੍ਰੀਵੀਅਸ ਕੁਆਟਰ ਇਨਟੂ 100। ਹੁਣ ਇੱਥੋਂ ਫਸਟ ਤੋਂ ਸ਼ੁਰੂਆਤ ਕਰਾਂਗੇ ਤਾਂ ਪਹਿਲੇ ਦੇ ਲਈ ਤਾਂ ਕਿਉਂਕਿ ਕੋਈ ਪ੍ਰੀਵੀਅਸ ਵੈਲਿਊ ਹੀ ਨਹੀਂ ਹੈ, ਇਸ ਕਰਕੇ ਇਹਦੇ ਲਈ ਸਾਡੇ ਕੋਲ ਵੈਲਿਊ ਜਿਹੜੀ ਨਹੀਂ ਆਏਗੀ, ਉਹਨੂੰ ਅਸੀਂ ਬੇਸ ਲੈ ਕੇ ਚੱਲਾਂਗੇ। ਤਾਂ ਇੱਥੇ ਮੈਂ ਐਗਜ਼ੈਕਟਲੀ ਇੱਦਾਂ ਦਾ ਹੀ ਇੱਕ ਟੇਬਲ ਬਣਾ ਲਾਂਗੀ ਜਿਹਦੇ ਵਿੱਚ ਹੁਣ ਅਸੀਂ ਇਹ ਵਾਲੀਆਂ ਵੈਲਿਊਜ਼ ਨਹੀਂ ਲਿਖਾਂਗੇ, ਅਸੀਂ ਲਿੰਕ ਰਿਲੇਟਿਵ ਲਿਖਾਂਗੇ ਹਰ ਇੱਕ ਵੈਲਿਊ ਦੇ ਲਈ ਇਸ ਫਾਰਮੂਲੇ ਦੇ ਵਿੱਚ ਪੁੱਟ ਕਰਕੇ। ਸੋ ਅਸੀਂ ਟੇਬਲ ਬਣਾ ਲੈਂਦੇ ਹਾਂ। तो पहला लिंक रिलेटिव साढ़े लिए ब्लैंक रहेगा बिकॉज इन्हों असीं बेस लैके चलांगे। हुण सैकेंड दे लिए असीं वैल्यू किस तरह फाइंड करांगे 2012 दे लिए, तो उहदे वास्ते असीं की करांगे अगर असीं एक क्वार्टर दी लैनी है तो वैल्यू ऑफ दैट क्वार्टर ओवर वैल्यू ऑफ प्रीवियस क्वार्टर इंटू 100। सो इत्थे हुण फस्ट क्वार्टर दे लिए तो आई नहीं, 2011 लिए असीं सब तो पहलों चारों क्वार्टर्स दे लिए लिंक रिलेटिव फाइंड कर रहे हैं। सैकेंड क्वार्टर के लिए की करांगे फस्ट क्वार्टर की वैल्यू कितनी है 54 डिवाइडेड बाय फस्ट क्वार्टर बिकॉज प्रीवियस ही लैनी है 54 डिवाइडेड बाय 45 इंटू 100। ये साढ़े को आ गया 120। इस तरह हुण थर्ड के लिए 72 डिवाइडेड बाय 54 इंटू 100 ये आ जाएगा 133.33। फोर्थ के लिए 60 ओवर 72 इंटू 100 एंड दैट विल बी इक्वल टू 83.33। इस तरह सारे ईयर्स के लिए असी फाइंड कर लाँगे। हुण इत्थे ए वाली वैल्यू जिहड़ी है असी ये किस तरह फाइंड करनी है, ये वैल्यू ब्लैंक नहीं आएगी, ब्लैंक ए वाली वैल्यू सी बिकॉज ये साडे कोल की सीगा कि कोई भी लिंक रिलेटिव जिहड़ा नहीं सीगा जां इहदे तो प्रीवियस क्वार्टर कोई नहीं सी। सो इस करके बेस वैल्यू सी इहनूं असी ब्लैंक लिया। 2012 के लिए साडे कोल पिछे क्वार्टर्स हैगे आ, इस करके असी उन्हां दे वास्ते ये वैल्यूज़ नूं ब्लैंक नहीं छड्डना। हुण 2012 के फस्ट क्वार्टर के लिए प्रीवियस क्वार्टर किहड़ा आ 2011 का लास्ट क्वार्टर, दैट मीनस ये 60 वैल्यू। तो इहदा हुण इत्थे लिंक रिलेटिव किद्दां आएगा 48 डिवाइडेड बाय 60 इंटू 100
ये साडे कोल आ गया 80। इस तरह हुण अगले दे लई 56/48 इंटू 100। तो इस तरह करके असी ये सारे जिहड़े वैल्यूज़ हैगे लिंक रिलेटिव फाइंड कर लांगे। सारे लिंक रिलेटिव्स फाइंड करके असी इन्हां दा टोटल कर लिया। हुण असी इन्हां दी एवरेज फाइंड कर लांगे। तो एवरेज फाइंड करन दे लई सिंपली असी इन्हां नूं की करना, डिवाइड कर लेना। एवरेजिस फाइंड करन दे वक्त ये ध्यान रखना कि फस्ट क्वार्टर दे लई सिर्फ साडे कोल 4 एवरेजिस आ। तो इत्थे असी 4 नाल डिवाइड करांगे। 330.83 नूं 4 नाल डिवाइड करांगे। बाकी सारिਆਂ ਦੇ ਲਈ लिंक रिलेटिव साडे कोल 5 ईयर्स ਦੇ ਇਸ ਕਰਕੇ बाकी आ वाले ਜਿਹੜੀਆਂ टोटल हैगे इन्हां नूं असी 5 नाल डिवाइड करांगे। ਹੁਣ ਇਸ ਤੋਂ ਅਗਲਾ ਸਟੈਪ ਸਾਡੇ ਕੋਲ ਹੈ ਚੇਨ ਰਿਲੇਟਿਵਸ ਫਾਈਂਡ ਕਰਨ ਦਾ। ਚੇਨ ਰਿਲੇਟਿਵ ਫਾਈਂਡ ਕਰਨ ਦਾ ਮਤਲਬ ਕੀ ਹੈ, ਜਿਹੜੇ ਲਿੰਕ ਰਿਲੇਟਿਵ ਫਾਈਂਡ ਕੀਤੇ ਆ ਉਹਨਾਂ ਨੂੰ ਇੱਕ ਤੋਂ ਅਸੀਂ ਅਗਲਾ ਫਾਈਂਡ ਕਰਨਾ, ਉਹਨਾਂ 'ਚ ਚੇਨ ਬਣੇਗੀ। ਦੇਖੋ ਹੁਣ ਜਿਸ ਤਰ੍ਹਾਂ ਇੱਕ ਚੇਨ ਹੁੰਦੀ ਹੈ, ਚੇਨ ਦੀਆਂ ਕੜੀਆਂ ਆਪਸ ਦੇ ਵਿੱਚ ਕਨੈਕਟਡ ਹੁੰਦੀਆਂ। ਤਾਂ ਜਿਹੜੀ ਫਸਟ ਕੜੀ ਆ ਉਹਦੇ ਪਿੱਛੇ ਤਾਂ ਕੋਈ ਕੜੀ ਨਹੀਂ ਹੈ ਨਾ, ਤੋਂ ਸ਼ੁਰੂਆਤ ਹੋਈ ਹੈ। ਇਸ ਕਰਕੇ ਜਿਹੜਾ ਫਸਟ ਸਾਡੇ ਕੋਲ ਚੇਨ ਰਿਲੇਟਿਵ ਆ ਉਹ 100 ਹੀ ਰਹੇਗਾ। ਇੱਥੇ ਜਿਹੜੇ ਅਸੀਂ ਚੇਨ ਰਿਲੇਟਿਵ ਫਾਈਂਡ ਕਰਨੇ ਆ पहले क्वार्टर के लिए 100 ही रहेगा। सो इहदा फॉर्मूला की हुंदा चेन रिलेटिव्स फाइंड करन दा साडे कोल। फॉर फस्ट क्वार्टर असी फस्ट क्वार्टर दे लई चेन रिलेटिव फाइंड करना, उहदा फॉर्मूला की है लिंक रिलेटिव। जो भी साडे कोल उहदा लिंक रिलेटिव दी जो भी एवरेज आई सी, लिंक रिलेटिव इनटू चेन रिलेटिव ऑफ प्रीवियस, चेन relative of previous quarter into divided by 100। लिंक रिलेटिव जिन्ना भी है, जिदा इस केस के विच लिंक रिलेटिव कितना है एवरेज 82.71 इंटू चेन रिलेटिव ऑफ प्रीवियस क्वार्टर। हुण इस तो प्रीवियस तो कोई है ही नहीं है, फस्ट क्वार्टर है, इस करके ਉਹਦੀ वैल्यू तो साढ़े कोल है नहीं। तो सिंपली ਜਿਹੜਾ ਆ ਉਹਨੂੰ ਅਸੀਂ 100 ਲਵਾਂਗੇ, बेस ही लवांगे। सो 82 सेम ही लवांगे 82.71 ही साढ़े कोल चेन रिलेटिव आ। ਉਹੀ साढ़े कोल ਜਿਹੜਾ ਇੱਥੇ सेम साढ़े कोल फिर चेन रिलेटिव ਜਿਹੜਾ ਉਹਦਾ बेस रह जाएगा 100, क्योंकि ये पिछे कोई भी वैल्यू साढ़े कोल 82.71 के पिछे चेन रिलेटिव नहीं हैगा। इसलिए असी इनू बेस वैल्यू 100 ही ਇਹਦਾ ਜਿਹੜਾ ਆ ਉਹ आंसर रहेगा। ਹੁਣ ਜਦੋਂ ਸੈਕਿੰਡ ਦੇ ਲਈ फाइंड करांगे ਤਾਂ ਫਾਰਮੂਲਾ ਕੀ ਰਹੇਗਾ, लिंक रिलेटिव ऑफ दैट क्वार्टर। ਹੁਣ ਸੈਕਿੰਡ क्वार्टर ਦੇ ਲਈ लिंक रिलेटिव कितना है 121.38 इंटू चेन रिलेटिव ऑफ प्रीवियस क्वार्टर। प्रीवियस क्वार्टर का चेन रिलेटिव कितना है, ਜਿਹੜਾ कि फस्ट क्वार्टर होगा ਉਹਦਾ हमेशा कितना रहना 100 ओवर 100। 100 ना 100 कैंसल, ਇਹਦਾ चेन रिलेटिव आ गया 121.38। ਹੁਣ थर्ड का कढ़ना, थर्ड के लिए साढ़े कोल की रहेगा लिंक रिलेटिव ऑफ जिस भी क्वार्टर का असी फाइंड करना थर्ड क्वार्टर इंटू चेन रिलेटिव ऑफ प्रीवियस। चेन रिलेटिव पिछले का कितना आया 121 इंटू 38 डिवाइडेड बाय 100। तो यदा साढ़े कोल इत्थे जिहड़ा आंसर आ जाएगा 121.38 इंटू 118.18 ओवर 100। ये साढ़े कोल आ गया 143.45। हुण फोर्थ क्वार्टर का ये किद्दां फाइंड करांगे, लिंक रिलेटिव ऑफ दिस क्वार्टर। जिस भी क्वार्टर का चेन रिलेटिव फाइंड करना उहदा लिंक रिलेटिव इंटू प्रीवियस चेन रिलेटिव दैट इज़ 143.45 ओवर 100। ये साढ़े कोल आ गया 133.32। सो इस तरह असी जिहड़ा आ लिंक रिलेटिव्स की हैल्प के नाल सीजनल इंडाइसिस फाइंड करते हैं। पहले असी स्टेटमेंट चैक करनी कि साढ़े कोल रो वाइज ईयर होने चाहिए और कॉलम वाइज ਜਿਹੜੇ ਆ ਉਹ ਕੁਆਟਰਸ ਹੋਣੇ ਚਾਹੀਦੇ, ਉਹ ਨਹੀਂ ਸੀ। ਅਸੀਂ ਪਹਿਲੇ ਡਾਟਾ ਨੂੰ ਰੀਅਰੇਂਜ ਕਰਕੇ ਲਿਖਿਆ। ਦੈਨ ਅਸੀਂ ਲਿੰਕ ਰਿਲੇਟਿਵਸ ਫਾਈਂਡ ਕੀਤੇ। ਲਿੰਕ ਰਿਲੇਟਿਵਸ ਕਿੱਦਾਂ ਫਾਈਂਡ ਕੀਤੇ, ਹਰੇਕ ਦੇ ਲਈ ਪਹਿਲਾ ਜਿਹੜਾ ਫਸਟ ਕੁਆਟਰ ਦੀ ਫਸਟ ਵੈਲਿਊ ਜਿਹੜੀ ਆ ਉਹ ਸਾਡੇ ਕੋਲ ਉਹ ਬੇਸ ਲਵਾਂਗੇ, ਇਸ ਕਰਕੇ ਉਹਨੂੰ ਅਸੀਂ ਬਲੈਂਕ ਲੈਂਦੇ ਆ, ਉਹਦੀ ਵੈਲਿਊ ਨਹੀਂ ਮਿਲਦੀ। ਅਗੇਨ ਹੁਣ ਅਸੀਂ ਫਸਟ ਈਅਰ ਦੇ ਲਈ ਜਦੋਂ ਸੈਕਿੰਡ ਕੁਆਟਰ ਦੀ ਲਿੰਕ ਰਿਲੇਟਿਵ ਫਾਈਂਡ ਕਰਨਾ, ਲਿੰਕ ਰਿਲੇਟਿਵ ਫਾਈਂਡ ਕਰਨ ਲਈ ਕੀ ਕਰਾਂਗੇ, ਦੈਟ ਕੁਆਟਰ ਵੈਲਿਊ डिवाइडेड बाय प्रीवियस क्वार्टर वैल्यू इंटू 100। ऐदा ही थर्ड दे लई दिस क्वार्टर वैल्यू डिवाइडेड बाय प्रीवियस क्वार्टर वैल्यू इंटू 100। इदा करके सारे ईयर्स के लिए असी की कीता
ਲਿੰਕ ਰਿਲੇਟਿਵ ਫਾਈਂਡ ਕੀਤੇ। ਜਦੋਂ ਇੱਥੇ ਆਏ ਇਹਦੇ ਲਈ ਵੈਲਿਊ ਇਹ ਬਲੈਂਕ ਨਹੀਂ ਸੀ, ਕਿਉਂ? ਕਿਉਂਕਿ ਇਹਦੇ ਪਿੱਛੇ ਤਾਂ 2011 ਦਾ 4th ਜਿਹੜਾ ਕੁਆਟਰ ਹੈਗਾ ਆ ਨਾ, ਇਹਦੇ ਤਾਂ ਬਿਲਕੁਲ ਕੋਈ ਵੀ ਸੀਗਾ ਹੀ ਨਹੀਂ, 2011 ਤੋਂ ਹੀ ਡਾਟਾ ਸ਼ੁਰੂ ਹੋਇਆ। ਤਾਂ ਇਸ ਕਰਕੇ ਇਹ ਬਲੈਂਕ ਸੀ, ਇਹ ਬਲੈਂਕ ਨਹੀਂ ਰਹਿਣਗੀਆਂ। ਇਹਨਾਂ ਦਾ ਬੇਸ ਸਾਡੇ ਕੋਲ ਪਿਛਲਾ ਹੈਗਾ। ਇੱਦਾਂ ਹੀ 2013 ਦੇ ਫਸਟ ਕੁਆਟਰ ਲਈ ਸਾਡੇ ਕੋਲ ਪ੍ਰੀਵੀਅਸ ਕੁਆਟਰ ਕਿਹੜਾ ਹੈਗਾ, 2012 ਦਾ 4th ਕੁਆਟਰ। ਤਾਂ ਇਹਨਾਂ ਦੀਆਂ ਵੈਲਿਊ ਸਾਨੂੰ ਇੱਥੇ ਮਿਲ ਗਈਆਂ। ਇਸ ਤਰ੍ਹਾਂ ਲਿੰਕ ਰਿਲੇਟਿਵ ਫਾਈਂਡ ਕਰਨ ਤੋਂ ਬਾਅਦ ਅਸੀਂ ਲਿੰਕਸ ਦਾ ਟੋਟਲ ਕਰ ਲਿਆ, ਜਿਹੜੇ ਰਿਲੇਟਿਵ ਆਏ ਲਿੰਕ ਰਿਲੇਟਿਵ ਟੋਟਲ ਫਾਈਂਡ ਕਰ ਲਿਆ ਐਡ ਕਰਕੇ ਸਾਰਿਆਂ ਨੂੰ। ਦੈਨ ਐਵਰੇਜਿਸ ਫਾਈਂਡ ਕੀਤੀਆਂ। ਦੇਖੋ ਇਹਦੇ ਵਿੱਚ 4 ਈਅਰਸ ਦਾ ਡਾਟਾ ਸੀ, ਤਾਂ ਇਹ ਟੋਟਲ ਨੂੰ 4 ਨਾਲ ਡਿਵਾਈਡ ਕਰ ਲਿਆ। ਇੱਥੇ ਸਾਰਿਆਂ 'ਚ 5 ਦਾ ਈਅਰਸ ਦਾ ਡਾਟਾ ਹੈਗਾ ਆ, ਤਾਂ ਇੱਥੇ ਟੋਟਲ ਨੂੰ ਅਸੀਂ 5 ਨਾਲ ਡਿਵਾਈਡ ਕਰਕੇ ਐਵਰੇਜਿਸ ਫਾਈਂਡ ਕਰ ਲਈਆਂ। ਹੁਣ ਚੇਨ ਰਿਲੇਟਿਵ ਫਾਈਂਡ ਕਰਨੇ ਆ, ਜਿਹੜੇ ਕਿ ਇੰਡਾਈਸਿਸ ਹੈਗਾ, ਚੇਨ ਰਿਲੇਟਿਵਸ ਫਾਈਂਡ ਕਰਨੇ ਆ। ਉਹ ਫਾਈਂਡ ਕਰਨ ਦੇ ਲਈ ਪਹਿਲੇ ਦੇ ਵਿੱਚ ਦੇਖੋ, ਕਿਉਂਕਿ ਪ੍ਰੀਵੀਅਸ ਤਾਂ ਕੁਛ ਵੈਲਿਊ ਹੁੰਦੀ ਨਹੀਂ ਹੈ ਸਾਡੇ ਕੋਲ ਇਹਦੇ ਤੋਂ, ਤਾਂ ਇਸ ਕਰਕੇ ਪਹਿਲਾ ਜਿਹੜਾ ਚੇਨ ਰਿਲੇਟਿਵ ਹਮੇਸ਼ਾ 100 ਰਹਿੰਦਾ ਆ। ਹੁਣ ਸੈਕਿੰਡ, ਥਰਡ, 4th ਕੁਆਟਰ ਦੇ ਲਈ ਫਾਈਂਡ ਕਰਨ ਦਾ ਤਰੀਕਾ ਕੀ ਹੈਗਾ ਕਿ ਲਿੰਕ ਰਿਲੇਟਿਵ ਆਫ ਕਰੰਟ ਕੁਆਟਰ, ਮਤਲਬ ਸੈਕਿੰਡ ਦੇ ਲਈ ਅਗਰ ਅਸੀਂ ਚੇਨ ਰਿਲੇਟਿਵ ਫਾਈਂਡ ਕਰਨਾ ਤਾਂ ਸੈਕਿੰਡ ਕੁਆਟਰ ਦਾ ਕਰੰਟ ਜੋ ਵੀ ਸਾਡੇ ਕੋਲ ਲਿੰਕ ਰਿਲੇਟਿਵ ਆ, ਦੈਟ ਇਜ਼ 121.38 ਇਨਟੂ previous quarters chain relative, that is 100 over 100। तो आंसर 100 ਨਾਲ 100 कैंसिल करके आ गया सी 121.38। ਇਹਦੇ थर्ड क्वार्टर ਦੇ ਲਈ लिंक relative of this quarter 118.18 into chain relative of previous quarter, that is 121.38 in over 100, and that was equal to 143.45। and again for the 4th quarter, link relative of 4th quarter, that was 92.94 into chain relative of previous quarter, that is 143.45 over 100, and it was equal to 133.32। so this is all about seasonal indices using link relatives।